ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੰਗਰੂਰ ਜਿਮਨੀ ਚੋਣ ਲਈ ਚੋਣ ਪ੍ਰਚਾਰ ਬੰਦ ਅਤੇ ਇਸ ਵਾਰ ਕੀ ਹੋ ਸਕਦਾ ਹੈ ਲੋਕਾਂ ਦਾ ਫਤਵਾ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਸੰਗਰੂਰ ਜਿਮਨੀ ਚੋਣ ਦੇ ਵਿੱਚ ਸਾਰੀ ਰਾਜਨੀਤਿਕ ਪਾਰਟੀਆਂ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਨੇ, ਲੱਗੀਆਂ ਹੋਈਆਂ ਨੇ, ਪਰ ਅਸੀਂ ਜਾਣਨਾ ਚਾਹਾਂਗੇ ਇਸ ਵਾਰ ਜਿਮਨੀ ਚੋਣ 'ਚ ਮੁੱਖ ਮੁੱਦੇ ਕਿਹੋ ਜਿਹੇ ਰਹਿ ਰਹੇ ਨੇ, ਪਾਰਟੀਆਂ ਕਿਹੋ ਜਿਹੇ ਮੁੱਦੇ ਉਭਾਰ ਰਹੀਆਂ ਨੇ, ਕਿਸ ਦੇ ਆਧਾਰ 'ਤੇ ਲੋਕਾਂ ਤੋਂ ਵੋਟਾਂ ਮੰਗ ਰਹੀਆਂ ਨੇ, ਇਸ ਬਾਰੇ ਚਾਨਣਾ ਪਾਓ। ਜਿਮਨੀ ਚੋਣ ਭਗਵੰਤ ਮਾਨ ਉਹਨਾਂ ਦੇ ਅਸਤੀਫੇ ਕਰਕੇ ਖਾਲੀ ਹੋਈ ਸੀ ਜੀ। ਔਰ ਸੰਗਰੂਰ ਦੇ ਵਿੱਚ ਮਤਲਬ ਸਾਰਾ ਪ੍ਰਚਾਰ ਅੱਜ ਲਾਸਟ ਦਿਨ ਜਿਹੜਾ ਓਵਰਆਲ ਸਾਰੀਆਂ ਪਾਰਟੀਆਂ ਨੇ ਆਪਣਾ ਜ਼ੋਰ ਸ਼ੋਰ ਲਾਇਆ। ਲਗਭਗ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਅਤੇ ਹੋਰ ਕੇਡਰ ਜਿਹੜਾ ਉਹ ਪੂਰਾ ਪ੍ਰਚਾਰ ਮੁਹਿੰਮ ਦੇ ਵਿੱਚ ਸ਼ਾਮਲ ਸੀ ਜੀ। ਅਤੇ ਹਾਲਾਂਕਿ ਸਭ ਨੂੰ ਇਹ ਕਹਿ ਦਿੱਤਾ ਗਿਆ ਹੁਣ ਕਿ ਜਿਹੜੇ ਬਾਹਰੋਂ ਆਏ ਬੰਦੇ ਨੇ ਉਹ ਚਲੇ ਜਾਣ। ਹੁਣ ਤੱਕ ਬਾਹਰੀ ਪ੍ਰੈਜੈਂਸ ਜਿਹੜੀ ਸੀ ਹਾਜ਼ਰੀ ਉਹਦੇ ਨਾਲ ਗਹਿਮਾ ਗਹਿਮੀ ਥੋੜ੍ਹੀ ਜ਼ਿਆਦਾ ਵੀ ਲੱਗ ਜਾਂਦੀ ਹੈ ਕਿਉਂਕਿ ਬਾਹਰੋਂ ਵੀ ਪਾਰਟੀਆਂ ਦੇ ਵਰਕਰ ਜਿਹੜੇ ਉੱਥੇ ਗਏ ਹੁੰਦੇ ਨੇ ਜੀ। ਔਰ ਇਹਦੇ ਵਿੱਚ ਮੈਨੂੰ ਲੱਗਦਾ ਇਸ ਜਿਮਨੀ ਚੋਣ 'ਚ ਨੈਸ਼ਨਲ ਲੈਵਲ ਤੋਂ ਕੇਵਲ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਸ ਲੈਵਲ 'ਤੇ ਆਏ ਨੇ। ਬਾਕੀ ਕੁਛ ਲੀਡਰ ਜਿਵੇਂ ਬੀਜੇਪੀ ਦਾ ਵੀ ਸੈਖਾਵਤ ਇੱਕ ਅੱਧੀ ਵਾਰੀ ਜਾਂ ਬਾਕੀ ਦੇ ਮਾਮਲੇ 'ਚ ਕਾਂਗਰਸ ਦੇ ਕੋਈ ਬਹੁਤ ਜ਼ਿਆਦਾ ਧਿਆਨ ਮੈਨੂੰ ਲੱਗਦਾ ਨੈਸ਼ਨਲ ਲੈਵਲ ਤੋਂ ਕੋਈ ਲੀਡਰਾਂ ਨੇ ਉਸ ਪੱਧਰ 'ਤੇ ਨਹੀਂ ਆਏ। ਔਰ 23 ਨੂੰ ਵੋਟਾਂ ਨੇ ਅਤੇ 26 ਨੂੰ ਰਿਜ਼ਲਟ ਆ ਜਾਣਾ ਜੀ। ਇਸ ਚੋਣ ਦੇ ਵਿੱਚ ਇਹ ਲੱਗਦਾ ਸੀਗਾ ਕਿ ਵੱਖ-ਵੱਖ ਕਿਸਮ ਦੇ ਮੁੱਦੇ, ਕਿਉਂਕਿ ਪਾਰਲੀਮੈਂਟ ਚੋਣ ਹੈ। ਪਾਰਲੀਮੈਂਟ ਚੋਣ ਦੇ ਵਿੱਚ ਤਾਂ ਮੁੱਦਾ ਉਹ ਹੋਣਾ ਚਾਹੀਦਾ ਕਿ ਸਾਡਾ ਬੰਦਾ ਪਾਰਲੀਮੈਂਟ ਜਾ ਕੇ ਕੀ ਕਰੂਗਾ, ਕਿਹੜੇ ਮੁੱਦੇ ਉਠਾਊਗਾ। ਔਰ ਉਹੋ ਜਿਹੇ ਸਾਰੇ ਮੁੱਦੇ ਮੈਨੂੰ ਲੱਗਦਾ ਗਾਇਬ ਰਹੇ ਨੇ ਕਿਉਂਕਿ ਕੋਈ ਇਹੋ ਜਿਹੇ ਮੁੱਦੇ 'ਤੇ ਚਰਚਾ ਹੀ ਨਹੀਂ ਹੋਈ। ਜਿਹੜਾ ਤਾਂ ਪੰਥਕ ਰਾਜਨੀਤੀ ਸਾਈਡ ਦਾ ਇੱਕੋ ਇੱਕ ਮੁੱਦਾ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਚੋਣ ਅਨਾਉਂਸ ਦੇ ਵੇਲੇ, ਉਸ ਸਮੇਂ ਤਾਂ ਇਹ ਬਣਾ ਦਿੱਤਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਜਥੇਦਾਰ ਅਕਾਲ ਤਖਤ ਦੇ ਕਹਿਣ ਮੁਤਾਬਕ ਜਾਂ ਉਹਨਾਂ ਤੋਂ ਇੱਕ ਬਿਆਨ ਦਵਾ ਕੇ ਸ਼੍ਰੋਮਣੀ ਕਮੇਟੀ ਰਾਹੀਂ ਇੱਕ 11 ਮੈਂਬਰੀ ਕਮੇਟੀ ਬਣਵਾਈ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਵਾਸਤੇ ਸੀ। ਜੀ। ਔਰ ਹਾਲਾਂਕਿ ਉਹ ਕਮੇਟੀ 'ਚ ਤਰੇੜਾਂ ਪਹਿਲਾਂ ਹੀ ਪੈ ਗਈਆਂ ਸੀ ਵੱਖ-ਵੱਖ ਟਾਈਪ ਦੇ ਕਾਰਨ ਕਰਕੇ, ਪਰ ਅਕਾਲੀ ਦਲ ਨੇ ਇੱਕ ਤਰੀਕਾ ਅਪਣਾਇਆ ਇਸ ਤਰੀਕੇ ਦਾ ਵੀ ਡਾਇਰੈਕਟ ਚੋਣ ਲੜਨ ਤੋਂ ਵੀ ਸਾਈਡਲਾਈਨ ਹੋਇਆ ਜਾ ਸਕਦਾ ਅਤੇ ਨਾਲ ਆਪਾਂ ਇੱਕੋ ਨੁਕਤੇ 'ਤੇ ਚੋਣ ਲੜੀਏ ਅਤੇ ਸਾਰੀਆਂ ਨੂੰ ਪੰਥਕ ਸਿਆਸਤ ਦੇ ਤੌਰ 'ਤੇ ਕੋਈ ਸਾਂਝਾ ਕੈਂਡੀਡੇਟ ਖੜ੍ਹਾ ਕਰ ਦਿੱਤਾ ਜਾਏ ਜਿਹੜਾ ਬੰਦੀ ਸਿੰਘਾਂ ਦੇ ਪਰਿਵਾਰਾਂ 'ਚ ਹੋਵੇ। ਜੀ। ਇਹ ਉਹਨਾਂ ਦਾ ਜਿਹੜੀ ਰਣਨੀਤੀ ਸੀ ਇਹ ਕੰਮ ਨਹੀਂ ਆਈ ਉਸ ਪੱਧਰ ਦੇ ਉੱਤੇ। ਕੰਮ ਇਸ ਕਰਕੇ ਨਹੀਂ ਆਈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਜਿਹੜਾ ਇੱਕ ਡੈਲੀਗੇਸ਼ਨ ਸਿਮਰਜੀਤ ਸਿੰਘ ਮਾਨ ਨੂੰ ਮਿਲਣ ਵੀ ਗਿਆ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਬੈਠ ਜਾਓ, ਕੋਈ ਹੋਰ ਬੰਦਾ ਖੜ੍ਹਾ ਕਰ ਦਿੰਦੇ ਆ। ਤਾਂ ਮਾਨ ਨੇ ਬਿਲਕੁਲ ਇਹਨਾਂ ਨੂੰ ਜਵਾਬ ਦੇ ਦਿੱਤਾ, ਬਲਕਿ ਜਵਾਬ ਨਹੀਂ ਦਿੱਤਾ, ਕਈ ਸ਼ਰਤਾਂ ਰੱਖਤੀਆਂ। ਸ਼ਰਤਾਂ ਇਸ ਰੂਪ ਦੇ ਵਿੱਚ ਵੀ ਰੱਖਤੀਆਂ ਕਈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ, ਪਰ ਮਤਲਬ ਅਕਾਲੀ ਦਲ ਦੀ ਇਸੇ ਤਰ੍ਹਾਂ ਜਿਹੜੇ ਬਾਬਾ ਧੂਮਾ ਉਹ ਦਮਦਮੀ ਟਕਸਾਲ ਦੇ ਜਥੇਦਾਰੀ ਛੱਡਣ ਜੀ ਅਤੇ ਇਸੇ ਤਰ੍ਹਾਂ ਅਕਾਲ ਤਖਤ ਦਾ ਜਥੇਦਾਰ ਭਾਈ ਹਵਾਰਾ ਨੂੰ ਮੰਨ ਲਓ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ, ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਮੰਨ ਲਓ, ਉਹ ਚੀਜ਼ਾਂ ਲਿਖੀਆਂ ਅਤੇ ਉਹ ਉਹਨਾਂ ਨੂੰ ਫਿੱਟ ਨਹੀਂ ਸੀ। ਉਹਨਾਂ ਨੂੰ ਫਿਰ ਕੀ ਕੀਤਾ ਕਿ ਉਹਨਾਂ ਨੇ ਰਾਜੋਆਣਾ ਜਿਹੜੇ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਅੰਦਰ ਨੇ ਉਹਨਾਂ ਦੀ ਭੈਣ ਨੂੰ ਉਮੀਦਵਾਰ ਬਣਾਤਾ ਪੰਥਕ ਉਹਦੇ 'ਚ। ਪਰ ਉਹ ਵੀ ਇਹ ਨਹੀਂ ਰਿਹਾ ਕਿ ਮਾਨ ਇਕੱਲੇ ਨੇ ਅਤੇ ਪੰਥਕ ਧਿਰਾਂ ਇੱਕ ਜਗ੍ਹਾ ਚੱਲਦੀਆਂ। ਹੁਣ ਮੈਨੂੰ ਲੱਗਦਾ ਕਿ ਉਹਨਾਂ ਜਥੇਬੰਦੀਆਂ 'ਚੋਂ ਵੀ ਮਾਨ ਨਾਲ ਜ਼ਿਆਦਾ ਲੋਕਾਂ ਨੇ, ਜਿਵੇਂ ਅਕਾਲੀ ਦਲ ਯੂਨਾਈਟਡ ਵਗੈਰਾ ਜਾਂ ਹੋਰ ਸਾਰੇ ਫੈਡਰੇਸ਼ਨਾਂ ਦੇ ਵਿੱਚੋਂ ਵੀ ਗਰੁੱਪ ਉੱਧਰ ਦਿਖਾਈ ਦੇ ਰਹੇ ਨੇ ਜੀ। ਅਤੇ ਇਸੇ ਕਰਕੇ ਉਹਨਾਂ ਦਾ ਮੁੱਦਾ ਤਾਂ ਇਹੀ ਰਿਹਾ ਇੱਕੋ ਇੱਕ। ਅਕਾਲੀ ਦਲ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਰਿਹਾ ਜੀ ਅਤੇ ਮਾਨ ਦਾ ਮੁੱਦਾ ਮੇਨਲੀ ਇਹ ਰਿਹਾ ਕਿ ਜੀ ਇਹ ਬੰਦੀ ਸਿੰਘਾਂ 'ਚੋਂ ਮੈਂ ਮੇਨ ਹਾਂ ਅਤੇ ਇਹ ਜਿਹੜੇ ਅਕਾਲੀ ਦਲ ਦੇ ਰਾਜ ਦੇ ਦੌਰਾਨ ਤਾਂ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਹੋਈਆਂ। ਅਤੇ ਦੂਜੀ ਗੱਲ ਉਹਨੇ ਇਹ ਵੀ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਮੈਚਿਓਰ ਬੰਦਾ ਚਾਹੀਦਾ। ਮੈਂ ਮੈਚਿਓਰ ਹਾਂ ਕੰਪੈਰੇਟਿਵਲੀ ਸਾਰਿਆਂ ਦੇ, ਮੈਂ ਉੱਥੇ ਜਾ ਕੇ ਪੰਜਾਬ ਦੀ ਗੱਲ ਜਾਂ ਬਾਕੀ ਗੱਲ ਰੱਖ ਸਕਦਾ। ਹਾਲਾਂਕਿ ਮਾਨ ਨੇ ਸਾਰੀਆਂ ਗੱਲਾਂ ਦੇ ਨਾਲ ਨਾਲ ਆਪਣਾ ਇੱਕ ਏਜੰਡਾ ਨਹੀਂ ਛੱਡਿਆ। ਉਹ ਕਹਿੰਦੇ ਵੀ ਖਾਲਿਸਤਾਨ ਦਾ ਮੁੱਦਾ ਉਹ ਬਾਰ-ਬਾਰ ਕਹਿੰਦਾ ਰਿਹਾ ਆਪਣੀ ਉਹਦੇ ਵਿੱਚ। ਔਰ ਕਾਂਗਰਸ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਫੇਲਰ ਦੇ ਤੌਰ 'ਤੇ ਮਤਲਬ ਮੇਨਲੀ ਲਿਆ ਕਿ ਜੇ 3 ਮਹੀਨੇ 'ਚ ਕੁਛ ਨਹੀਂ ਕੀਤਾ, ਇਹਨਾਂ ਨੇ ਆਹ ਕੀਤਾ, ਜਾਂ ਜਿਹੜੇ ਰਾਜ ਸਭਾ 'ਚ ਮੈਂਬਰ ਵੀ ਭੇਜੇ ਉਹਨਾਂ ਨੇ ਕੀ ਕੀਤਾ, ਜਾਂ ਬਾਕੀ ਜਿਹੜੇ ਵਾਅਦੇ ਕੀਤੇ 100 ਰੁਪਇਆ 1000 ਰੁਪਇਆ ਦੇਣ ਦਾ ਜਾਂ ਬਾਕੀ ਉਹ ਪੂਰੇ ਨਹੀਂ ਕੀਤੇ। ਮਤਲਬ ਇਹਦੇ 'ਤੇ ਹੀ ਜ਼ੋਰ ਰਿਹਾ। ਆਮ ਆਦਮੀ ਪਾਰਟੀ ਦਾ ਮੁੱਦਾ ਜਿਹੜਾ ਹੋਰ ਕੋਈ ਬਹੁਤ ਬੜਾ ਮੁੱਦਾ ਨਹੀਂ ਰਿਹਾ। ਉਹਨਾਂ ਨੇ ਵੀ ਇੱਕੋ ਗੱਲ ਕੀਤੀ ਕਿ ਅਜੇ 3 ਮਹੀਨੇ ਹੀ ਹੋਏ ਨੇ ਸਾਨੂੰ,
ਹਜੇ ਸਾਨੂੰ ਹੋਰ ਮੌਕਾ ਦਿਓ, ਅਸੀਂ ਤੁਹਾਡੇ ਸਾਰੇ ਵਾਅਦੇ ਪੂਰੇ ਕਰਾਂਗੇ। ਅਤੇ ਨਾਲ ਦੀ ਨਾਲ ਇੱਕ ਗੱਲ ਇਹ ਕੀਤੀ ਕਿ ਅਸੀਂ ਕਰਪਸ਼ਨ ਜ਼ੀਰੋ ਟੋਲਰੈਂਟ ਹੋਏਗੀ। ਦੇਖੋ ਅਸੀਂ ਆਪਣਾ ਮੰਤਰੀ ਵੀ ਅੰਦਰ ਬੰਦ ਕੀਤਾ, ਦੂਜਿਆਂ ਦੇ ਖਿਲਾਫ ਵੀ ਕਈਆਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ, ਅਤੇ ਅਸੀਂ ਇਹਦੇ ਲਈ ਸਾਨੂੰ ਸਹਿਯੋਗ ਦਿਓ ਕਿਸੇ ਨਾ ਕਿਸੇ ਰੂਪ 'ਚ। ਬੀਜੇਪੀ 'ਚ ਨੇ ਤਾਂ ਕੈਂਡੀਡੇਟ ਹੀ ਉਹ ਬਣਾਇਆ ਜਿਹੜੇ ਕਾਂਗਰਸ 'ਚੋਂ ਗਏ ਆ। ਕੇਵਲ ਢਿੱਲੋਂ ਪਹਿਲਾਂ 2019 'ਚ ਕਾਂਗਰਸ ਦੇ ਕੈਂਡੀਡੇਟ ਸੀ, ਔਰ ਉਹਦਾ ਸਿੱਧਾ ਸੰਪਰਕ ਇਹ ਸੀ ਕਿ ਕੇਂਦਰ ਸਰਕਾਰ ਸਾਡੇ ਨਾਲ ਹੈ, ਕੇਂਦਰ ਪੰਜਾਬ, ਅਸੀਂ ਸੰਗਰੂਰ ਇਲਾਕੇ ਦਾ ਵਿਕਾਸ ਕਰਾ ਸਕਦੇ ਹਾਂ, ਪੰਜਾਬ ਦਾ ਵੀ ਕਰਾ ਸਕਦੇ, ਇਸ ਲਈ ਵੋਟਾਂ ਪਾਓ ਜੀ। ਇਹੀ ਮੁੱਦੇ ਇਰਦ ਗਿਰਦ ਰਹੇ। ਪੰਜਾਬ ਦਾ ਕੋਈ ਫੈਡਰਲਿਜ਼ਮ ਦਾ ਮੁੱਦਾ, ਪੰਜਾਬ ਦੇ ਅਨਐਮਪਲਾਇਮੈਂਟ ਦੇ ਮੁੱਦੇ, ਪੰਜਾਬ ਦੇ ਬੜੇ ਵੱਡੇ ਜਿਹੜੇ ਹੋਰ ਸਰੋਕਾਰ ਨੇ, ਚਾਹੇ ਉਹ ਵਾਤਾਵਰਨ ਦਾ ਮੁੱਦਾ ਹੈ ਜਾਂ ਪਾਣੀ ਖਤਮ ਹੋਣ ਦੇ ਨੇੜੇ ਤੇੜੇ ਜਾਣ ਦਾ ਮੁੱਦੇ ਨੇ, ਅਤੇ ਜਿੰਨੇ ਵੀ ਉਹ ਮੁੱਦੇ ਸੀ ਸਾਰੇ, ਉਹ ਮੁੱਦਿਆਂ 'ਤੇ ਚਰਚਾ ਬਹੁਤ ਘੱਟ ਹੋਈ ਹੈ। ਅਤੇ ਇਹੋ ਜਿਹੇ ਮੁੱਦਿਆਂ 'ਤੇ ਹੀ ਚਰਚਾ, ਮੇਰੇ ਖਿਆਲ ਚੋਣ ਪ੍ਰਚਾਰ ਲਾਸਟ ਤੱਕ ਬੰਦ ਹੋ ਗਿਆ। ਹਾਂ, ਕੰਪੇਨ ਦਾ ਜਿਹੜਾ ਸਿਲਸਿਲਾ ਸੀ ਉਹ ਦਿਖਾਈ ਦਿੱਤੀ ਜਦ ਸਭ ਤੋਂ ਜ਼ਿਆਦਾ ਸਿਮਰਜੀਤ ਮਾਨ ਦੀ ਅਤੇ ਆਪ ਦੀ ਕੰਸਿਸਟੈਂਟ ਕੰਪੇਨ ਦੇ ਵਿੱਚ ਭਗਵੰਤ ਮਾਨ ਨੇ ਜਦੋਂ ਤੋਂ ਚਲਾ ਗਿਆ ਡੇਲੀ ਹੁਣ ਰੋਡ ਸ਼ੋਅ ਹੀ ਹੋ ਰਹੇ ਨੇ। ਕੇਜਰੀਵਾਲ ਵੀ ਰੋਡ ਸ਼ੋਅ ਕੀਤਾ, ਸਿਮਰਜੀਤ ਮਾਨ ਨੇ ਆਪਣਾ ਰੋਡ ਸ਼ੋਅ ਕੀਤਾ, ਬਾਕੀਆਂ ਨੇ ਰੋਡ ਸ਼ੋਅ ਉਸ ਲੈਵਲ 'ਤੇ ਨਹੀਂ ਕੀਤੇ, ਪਰ ਉਹ ਮਤਲਬ ਆਪੋ ਆਪਣੀਆਂ ਰੈਲੀਆਂ ਰਾਹੀਂ, ਆਪੋ ਆਪਣੀਆਂ ਮੀਟਿੰਗਾਂ ਲਈ ਜਾਂ ਡੋਰ ਟੂ ਡੋਰ ਆਪਣਾ ਪ੍ਰਚਾਰ ਕਰਦੇ ਰਹੇ ਨੇ ਜੀ। ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਚੋਣ ਪ੍ਰਚਾਰ ਜਿਹੜਾ ਉਹ ਕੁਝ ਸਮੇਂ 'ਚ 5 ਵਜੇ ਜਿਹੜਾ ਹੈਗਾ ਬੰਦ ਹੋ ਜਾਵੇਗਾ, ਅਤੇ ਹੁਣ ਤੱਕ ਸਾਰੀ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਮੁੱਦਿਆਂ ਨੂੰ, ਵੱਖ-ਵੱਖ ਮੁੱਦਿਆਂ ਨੂੰ ਉਭਾਰਿਆ, ਅਤੇ ਤੁਸੀਂ ਮੁੱਖ ਤੌਰ 'ਤੇ ਦੱਸਿਆ ਆਮ ਆਦਮੀ ਪਾਰਟੀ ਅਤੇ ਮਾਨ ਵੱਲੋਂ ਜਿਹੜਾ ਹੈ ਜ਼ੋਰ ਸ਼ੋਰ ਨਾਲ ਪ੍ਰਚਾਰ ਮੁਹਿੰਮ ਨੂੰ ਉਭਾਰਿਆ ਗਿਆ। ਪਰ ਅਸੀਂ ਜਾਣਨਾ ਚਾਹਾਂਗੇ ਵੀ ਕਿ ਸੰਗਰੂਰ ਜਿਮਨੀ ਚੋਣ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿ ਮੁੱਖ ਮੁਕਾਬਲਾ ਕਿਹੜੀ ਧਿਰਾਂ ਦੇ ਵਿੱਚ ਰਹਿਣ ਦੀ ਸੰਭਾਵਨਾ? ਮੁਕਾਬਲਾ ਤਾਂ ਉੱਥੇ 16 ਉਮੀਦਵਾਰ ਨੇ ਅਤੇ 17ਵਾਂ ਨੋਟਾਂ ਦਾ ਬਟਨ ਲੱਗਿਆ ਹੋਇਆ ਜਿਹੜਾ ਉਹ ਸਾਰੇ ਮਾਮਲੇ 'ਚ, ਕਿਉਂਕਿ ਕਿਹਾ ਤਾਂ ਇਹੀ ਜਾਂਦਾ ਵੀ ਇੰਨੇ ਬੰਦੇ ਮੁਕਾਬਲੇ ਦੇ ਵਿੱਚ ਨੇ, ਪਰ ਅਸਲ 'ਚ ਜਿਹੜਾ ਨਾਂ ਲਿਆ ਜਾਂਦਾ ਸੀ ਮੁਕਾਬਲੇ 'ਚ ਉਹ 5 ਧਿਰ ਗਿਣਿਆ ਜਾਂਦਾ, ਜਿਹੜਾ ਪਾਰਟੀਆਂ ਦੇ ਮੁਕਾਬਲੇ ਨੇ ਵੱਡੇ ਤੌਰ 'ਤੇ। 5 ਧਿਰਾਂ ਦੇ ਵਿੱਚੋਂ ਵੀ ਜਿਹੜਾ ਚੱਲਦਾ ਪ੍ਰੋਸੈਸ ਹੈ ਐਤਕੀ ਦਾ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਜਨਰਲ ਪ੍ਰਚਾਰ ਹੋਵੇ, ਲੋਕਾਂ ਦਾ ਜਿਹੜਾ ਪਰਸੈਪਸ਼ਨ ਹੈ ਜਾਂ ਬਿਰਤਾਂਤ ਟੋਟਲ ਹੈ, ਉਹ ਸ਼ੁਰੂ ਤੋਂ ਹੀ ਇਹ ਬਣ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੈਰੇਟਿਵ ਜਿਹੜਾ ਹੈ ਕਿ ਅਸਲ 'ਚ ਮੁਕਾਬਲਾ ਸਿਮਰਜੀਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਜੀ। ਮਤਲਬ ਉਹ ਤਾਂ ਵੋਟਾਂ ਦੱਸਣਗੀਆਂ ਜਦੋਂ ਲੋਕ ਵੋਟ ਕਿਹਨੂੰ ਪਾਉਂਦੇ ਨੇ, ਕਿੰਨੀ ਗਿਣਤੀ ਕਿਹਦੀ ਹੈ, ਪਰ ਜਿਹੜੀ ਚੋਣ ਦੀ ਗੇਮ ਹੁੰਦੀ ਹੈ ਇੱਕ, ਜਦੋਂ ਤੁਸੀਂ ਲੜਾਈ ਲੜ ਰਹੇ ਹੋ, ਪਰਸੈਪਸ਼ਨ ਜਿਹੜੀ ਹੁੰਦੀ ਹੈ, ਧਾਰਨਾ, ਜਾਂ ਲੋਕਾਂ ਨੂੰ ਇਹ ਜਚਾਉਣਾ ਕਿ ਕਿਹੜਾ ਪਲੇਅਰ ਜਿੱਤਣ ਦੀ ਹੈਸੀਅਤ 'ਚ ਹੈ, ਕਿਹੜਾ ਨੇੜੇ ਜਾ ਰਿਹਾ, ਇਹ ਚੀਜ਼ਾਂ ਵੋਟਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ ਜੀ। ਇਹ ਜਿਹੜੀ ਪਰਸੈਪਸ਼ਨ ਰਹੀ ਹੈ ਲਗਾਤਾਰ, ਉਹ ਇਸ ਪੱਧਰ ਦੇ ਉੱਤੇ ਰਹੀ ਹੈ, ਕਿਉਂਕਿ ਪਹਿਲਾਂ ਚੋਣ ਆਮ ਆਦਮੀ ਪਾਰਟੀ ਦੀ ਵੀ ਮੁਹਿੰਮ ਕੋਈ ਬਹੁਤੀ ਨਹੀਂ, ਭਗਵੰਤ ਮਾਨ ਤੋਂ ਜਾਣ ਤੋਂ ਬਾਅਦ ਹੀ ਭਖੀ ਹੈ। ਪਹਿਲਾਂ ਇਹ ਵੀ ਹੋਣ ਲੱਗ ਗਿਆ ਸੀ ਕਿ ਦੇਖੋ ਜੀ, ਭਗਵੰਤ ਮਾਨ ਨੂੰ ਵੀ ਕੋਈ ਹੁੰਗਾਰਾ ਜ਼ਿਆਦਾ ਨਹੀਂ ਮਿਲ ਰਿਹਾ, ਕਈ ਜਗ੍ਹਾ 'ਤੇ ਇਹੋ ਜਿਹਾ ਮਾਹੌਲ ਵੀ ਹੋਇਆ, ਜਾਂ ਬਾਕੀ ਦੀ ਕੰਪੇਨ ਤਾਂ ਨਹੀਂ ਹੋਈ ਰਹੀ ਉਸ ਲੈਵਲ ਦੇ ਉੱਤੇ। ਸਿਮਰਜੀਤ ਮਾਨ ਦੇ ਨਾਲ ਇੱਕ ਸੈਂਟੀਮੈਂਟ ਹੈ ਉਸ ਤੋਂ ਲੈ ਕੇ ਲਗਾਤਾਰ, ਕਿਉਂਕਿ ਜਿਹੜਾ ਮੇਨ ਅਕਾਲੀ ਦਲ ਦਾ, ਜਿਹੜੀ ਉਹਦੀ ਮੇਨ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰੂਪ ਦੇ ਵਿੱਚ, ਉਹ ਇੱਕ ਲੈਵਲ ਦਾ ਮਤਲਬ ਉਸ ਆਲਮ 'ਚੋਂ ਗੁਜ਼ਰ ਰਹੀ ਹੈ ਜਦੋਂ ਉਹਦੀ ਭਰੋਸੇਯੋਗਤਾ ਲੋਕਾਂ ਦੇ ਵਿੱਚ, ਪੰਥਕ ਧਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਕਾਫੀ ਕਮਜ਼ੋਰ ਹੋਈ ਹੈ ਜੀ। ਉਹ ਕਮਜ਼ੋਰੀ ਦੇ ਕਾਰਨ ਮਾਨ ਨੂੰ ਮੈਨੂੰ ਲੱਗਦਾ ਕਿ ਇੱਕ ਹੁਲਾਰਾ ਜਿਹੜਾ ਮਿਲ ਰਿਹਾ, ਇਸ ਕਰਕੇ ਕਿ ਚਲੋ ਜੀ ਇੱਕ ਬੰਦਾ ਖੜਾ ਰਿਹਾ ਆਪਣੀ ਗੱਲ 'ਤੇ, ਜਾਂ ਜੇ ਬਰੀਕੀਆਂ 'ਚ ਦੇਖੋ ਫਿਰ ਤਾਂ ਡਿਬੇਟ ਬਹੁਤ ਹੋਰ ਹੈ, ਕਿੰਨਾ ਖੜਾ ਰਿਹਾ, ਕਿਹੜੀ ਗੱਲ 'ਤੇ ਕੀ ਹੈ, ਪਰ ਲੋਕਾਂ 'ਚ ਇੱਕ ਨਜ਼ਰੀਆ ਇਸ ਲੈਵਲ ਦਾ। ਇਸੇ ਕਰਕੇ ਅਮਰਗੜ੍ਹ ਮਹਿਲ ਕਲਾਂ ਤੋਂ ਦੀ ਵਿਧਾਨ ਸਭਾ 'ਚ ਵੀ ਵੋਟਾਂ ਵਧੀਆਂ, ਅਤੇ ਆਲਮੋਸਟ 5.5-6% ਵੋਟ ਉਹਨੂੰ ਜਨਰਲੀ ਪਈ ਸੀ ਅਸੈਂਬਲੀ ਦੇ ਵਿੱਚ, ਜਿੰਨੇ ਵੀ ਬੰਦੇ ਖੜੇ ਕੀਤੇ ਸੀ। ਅਤੇ ਉਸ ਬੰਦੇ ਦਾ ਸੰਗਰੂਰ ਜਿਮਨੀ ਚੋਣ ਦੇ ਵਿੱਚ ਮਤਲਬ ਮੁਕਾਬਲੇ 'ਚ ਚਲਾ ਜਾਣਾ ਮੇਨ ਪਾਰਟੀ ਦੇ, ਛੋਟੀ ਗੱਲ ਨਹੀਂ, ਇਹਦਾ ਮਤਲਬ ਕੋਈ ਸਿਫਟ ਦਿਮਾਗਾਂ ਦੇ ਵਿੱਚ ਲੋਕਾਂ ਦੇ ਜਾਂ ਕੋਈ ਗੱਲ ਹੈ। ਉਹ ਪਹਿਲਾਂ ਦੀਪ ਸਿੱਧੂ ਵਾਲਾ ਵੀ ਇੱਕ ਵਰਤਾਰਾ ਸੀ, ਦੂਜਾ ਇੱਕ ਵਰਤਾਰਾ ਸਿੱਧੂ ਮੂਸੇਵਾਲੇ ਵਾਲਾ ਵੀ ਆ, ਜਿਹੜੀ ਉਹ ਬਾਰ-ਬਾਰ ਕਹਿੰਦਾ ਰਿਹਾ ਕਿ ਮੂਸੇਵਾਲੇ ਨੇ ਮੇਰੇ ਨਾਲ ਫੋਨ 'ਤੇ ਗੱਲ ਕੀਤੀ, ਮੈਨੂੰ ਐਂ ਕਿਹਾ। ਅਤੇ ਉਦੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇੱਕ ਸਿੱਖ ਸੈਂਟੀਮੈਂਟ ਹੈ, ਪੰਥਕ ਸੈਂਟੀਮੈਂਟ ਹੈ, ਜਦੋਂ ਉਹਨੂੰ ਕੋਈ ਹੋਰ ਧਿਰ ਨਹੀਂ ਨਜ਼ਰ ਆਉਂਦੀ ਤਾਂ ਕਿਤੇ ਤਾਂ ਉਹਨੇ ਜਾ ਕੇ ਖੜਨਾ। ਇਸ ਕਰਕੇ ਉਹ ਉੱਥੇ ਮਤਲਬ ਉਸ ਮੁਕਾਬਲੇ ਦੇ ਵਿੱਚ ਦਿਖਾਈ ਜ਼ਿਆਦਾ ਦੇ ਰਹੇ ਨੇ, ਔਰ ਆਮ ਆਦਮੀ ਪਾਰਟੀ ਅਤੇ ਮਾਨ ਦੇ ਦਰਮਿਆਨ ਜਿਹੜੀ ਲੜਾਈ ਦਾ ਕੁਐਸਚਨ ਹੈ, ਔਰ ਬਾਕੀ ਦੀਆਂ ਧਿਰਾਂ ਨੂੰ ਇਹੀ ਹੈ ਕਿ ਕਿੰਨੀਆਂ ਵੋਟਾਂ ਮਿਲਦੀਆਂ ਨੇ, ਕਿੱਥੇ ਹੈ, ਔਰ ਇਹ ਵੋਟਾਂ 'ਤੇ ਨਿਰਭਰ ਕਰੇਗਾ ਕਿੰਨੀਆਂ ਕਿਹਨੂੰ ਮਿਲਦੀਆਂ ਨੇ, ਕਿਹਨੂੰ, ਬਾਕੀ ਦੇ ਐਨਾਲਿਸਿਸ ਜੋ ਤੋਂ ਬਾਅਦ ਦਾ ਸਵਾਲ ਹੈ। ਪਰ ਇਹ ਚੀਜ਼ ਕਾਫੀ ਇੰਪੋਰਟੈਂਟ ਮੰਨੀ ਗਈ ਹੈ ਐਤਕੀ, ਕਿ ਇੱਕ ਨੋਰਮਲੀ ਇਹ ਹੁੰਦਾ ਸੀ ਕਿ ਜਿਹੜੀ ਜਿਮਨੀ ਚੋਣ ਹੁੰਦੀ ਸੀ ਕਿਸੇ ਵੀ ਗੌਰਮੈਂਟ ਦੇ ਤਾਜ਼ਾ ਬਣਨ ਵੇਲੇ ਜੀ, ਕੁਝ ਅਪਵਾਦ ਨੂੰ ਛੱਡ ਕੇ ਇੱਕ ਅੱਧੇ ਨੂੰ, ਜਿਵੇਂ
ਇੱਥੇ ਆਦਮਪੁਰ ਦੀ ਬਾਈ ਇਲੈਕਸ਼ਨ ਅਕਾਲੀ ਦਲ ਹਾਰ ਗਿਆ ਸੀ ਥੋੜ੍ਹੇ ਸਮੇਂ ਬਾਅਦ ਹੀ 97 'ਚ ਜਦੋਂ ਗੌਰਮੈਂਟ ਬਣੀ ਸੀ, ਜਿਹੜੀ ਇਹਦੇ 'ਚ ਫੁੱਟ ਦਾ ਕਾਰਨ ਵੀ ਬਣ ਗਈ ਸੀ ਟੌੜਾ ਬਾਦਲ ਦੋ ਧੜਿਆਂ ਦੇ ਦਰਮਿਆਨ ਜੀ। ਤੇ ਉਦੋਂ ਇਹ ਲੱਗਣ ਲੱਗ ਗਿਆ ਵੀ ਕਾਂਗਰਸ ਨੂੰ ਮਤਲਬ ਅਕਾਲੀ ਦਲ ਦੀ ਕ੍ਰੈਡੀਬਿਲਿਟੀ ਪਹਿਲਾਂ ਹੀ ਲੋਸ 'ਚ ਜਾਣ ਲੱਗ ਗਈ ਹੈ। ਉਹ ਹੈ ਜੀ ਆਮ ਆਦਮੀ ਪਾਰਟੀ ਨੂੰ ਵੀ ਇਹ ਚੈਲੰਜ ਹੈਗਾ, ਚੁਣੌਤੀ, ਕਿ 3 ਮਹੀਨੇ ਅਜੇ ਹੋਏ ਨੇ, ਐਡਾ ਵੱਡੀ ਟਫ ਇਲੈਕਸ਼ਨ ਲੜਨੀ ਪੈ ਰਹੀ ਹੈ। ਨਹੀਂ ਤਾਂ ਕਲੀਅਰ ਕੱਟ ਜਾ ਮੈਸੇਜ ਹੁੰਦਾ ਕਿ ਇਹ ਤਾਂ ਸਰਕਾਰ ਨੇ ਜਿੱਤਣੀ ਹੋ ਹੈ, ਉਹ ਮੈਸੇਜ ਨਹੀਂ ਗਿਆ। ਮੁਕਾਬਲਾ ਬੜਾ ਟਫ ਹੋਇਆ ਇਸ ਮਾਮਲੇ ਦੇ ਵਿੱਚ। ਇਹ ਗੱਲ ਵੀ ਦੇਖਣ ਤੇ ਬਾਚਣ ਵਾਲੀ ਹੈ ਤੇ ਸਿਆਸੀ ਤੌਰ ਤੇ ਵਿਸ਼ਲੇਸ਼ਣ ਕਰਨ ਦੀ ਮੰਗ ਕਰਦੀ ਹੈ ਜੀ। ਹਮੀਰ ਜੀ, ਸੰਗਰੂਰ ਜਿਮਨੀ ਚੋਣ ਦਾ ਜਿਹੜਾ ਨਤੀਜਾ ਜੋ ਵੀ ਹੋਵੇਗਾ, ਅਸੀਂ ਜਾਣਨਾ ਚਾਹਾਂਗੇ ਉਹ ਪੰਜਾਬ ਅਤੇ ਪੰਜਾਬ ਦੀ ਸਿਆਸਤ ਤੇ ਕਿਸ ਤਰ੍ਹਾਂ ਦਾ ਅਸਰ ਜਿਹੜਾ ਹੈਗਾ ਛੱਡੇਗਾ। ਇਹਦੇ 'ਚ ਗੱਲ ਜਿਹੜਾ ਚੋਣ ਦਾ ਨਤੀਜਾ ਹੋਊਗਾ ਉਹ ਬੜਾ ਮੇਰੇ ਖਿਆਲ ਹੈ ਚਾਹੇ ਸਰਕਾਰ ਨੂੰ ਤਾਂ ਕੋਈ ਪ੍ਰਭਾਵਿਤ ਨਹੀਂ ਕਰੂਗਾ, ਕਿਉਂਕਿ ਸਰਕਾਰ ਦਾ ਤਾਂ ਮਤਲਬ ਇਹ ਹੋ ਜਾਂਦਾ ਕਿ ਅਜੇ 5 ਸਾਲ ਪਏ ਨੇ, ਬਹੁਤ ਮੈਜੋਰਿਟੀ ਹੈ। ਨਾ ਦਿੱਲੀ ਦੀ ਸਰਕਾਰ 'ਤੇ ਕੋਈ ਅਸਰ ਪੈਣਾ, ਕਿਉਂਕਿ ਉੱਥੇ ਵੀ ਇੱਕ ਲੈਵਲ ਦੀ ਗੱਲ ਹੈ। ਪਰ ਇਹ ਕਈ ਟਾਈਪ ਦੇ ਸੰਕੇਤ ਦਊਗਾ, ਕਈ ਟਾਈਪ ਦੀ ਚੀਜ਼ਾਂ ਲੋਕਾਂ ਨੂੰ ਅੱਗੇ ਨਵੇਂ ਸਿਰੇ ਤੋਂ ਉਹਨੂੰ ਸਮਝਣ 'ਚ ਮਦਦ ਕਰੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਕ ਤਾਂ ਇਹ ਗੱਲ ਹੈ ਇਹਦੇ 'ਚ ਕਿ ਇਹ ਚੋਣ ਆਈ ਹੈ ਉਦੋਂ ਜਦੋਂ ਜਿਹੜੀਆਂ ਟਰਡੀਸ਼ਨਲ ਪਾਰਟੀਆਂ ਸੀ, ਰਵਾਇਤੀ ਪਾਰਟੀਆਂ, ਟੋਟਲੀ ਹਾਸੀਏ 'ਤੇ ਚਲੀਆਂ ਗਈਆਂ। ਲੋਕਾਂ ਨੇ ਇੱਕ ਹਵਾ ਦੀ ਲਹਿਰ ਦੇ ਵਿੱਚ ਜਿਹੜੀ ਨਵੀਂ ਪਾਰਟੀ ਸੀ ਆਮ ਆਦਮੀ ਪਾਰਟੀ, ਉਹਨੂੰ 92 ਸੀਟਾਂ ਦਿੱਤੀਆਂ ਜੀ। ਔਰ 92 ਸੀਟਾਂ ਦੇ ਵਿੱਚ ਵੀ ਬਹੁਤ ਸੀਟਾਂ 'ਤੇ ਮਾਰਜਨ ਬਹੁਤ ਵੱਡਾ ਸੀਗਾ, ਬਿਲਕੁਲ ਬੜੇ ਵੱਡੇ ਪੱਧਰ 'ਤੇ ਦਿੱਤੀਆਂ। ਤੇ ਜੇ ਜਿਵੇਂ ਲੋਕਾਂ ਦੇ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਮਾਰਜਨ ਘਟਣ ਦੀ ਸੰਭਾਵਨਾ, ਜੇ ਜਿੱਤ ਵੀ ਜਾਣਗੇ ਜਾਂ ਜਿੱਤਣਗੇ ਨਹੀਂ, ਕਿੰਨਾ ਕੁ ਹੈ ਇਹਦਾ, ਇਹ ਨਤੀਜਾ ਇਹ ਅਸਰ ਪਾਊਗਾ ਕਿ ਕੀ ਜਿਹੜੀ ਉਮੀਦ ਲਾ ਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਜਾਂ ਜਿਸ ਪੱਧਰ ਦੇ ਉੱਤੇ ਲੋਕਾਂ ਨੂੰ ਉਮੀਦ ਸੀ ਉਹਦੇ 'ਚ ਡੈਂਟ ਪਿਆ। ਲੋਕ ਕੁਛ ਹੋਰ ਚਾਹੁੰਦੇ ਨੇ ਤੇ ਪਾਰਟੀ ਕੁਛ ਹੋਰ ਕਰਦੀ ਹੈ ਜਾਂ ਸਰਕਾਰ ਕੁਛ ਹੋਰ ਕਰਦੀ ਹੈ, ਤੇ ਕੀ ਸਿਸਟਮ ਇਹਦਾ ਬਣੂਗਾ। ਇਹ ਇੱਕ ਬਹੁਤ ਵੱਡਾ ਕੁਐਸਚਨ ਹੋਏਗਾ ਫਿਰ ਆਉਣ ਵਾਲੀ ਪੋਲੀਟਿਕਸ ਦੇ ਸਾਹਮਣੇ, ਕਿ ਉਹ ਕਿਸ ਤਰ੍ਹਾਂ ਵਿਵਹਾਰ ਕਰੇ ਸਰਕਾਰ ਦੇ ਸਾਹਮਣੇ ਵੀ ਤੇ ਪਾਰਟੀ ਸਾਹਮਣੇ ਵੀ। ਦੂਜਾ ਸਵਾਲ ਇਹ ਹੈ ਕਿ ਕੀ ਜੇਕਰ ਇਹਦੇ 'ਚੋਂ ਵੱਡੀਆਂ ਜ਼ਿਆਦਾ ਵੋਟਾਂ ਕੌਣ ਲਿਜਾਂਦਾ ਪੰਥਕ ਸਿਆਸਤ ਦੇ ਵਿੱਚ। ਬਿਨਾਂ ਸ਼ੱਕ ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਦੇ ਵੀ, ਪਾਵਰ ਦੇ ਤੌਰ 'ਤੇ ਵੀ ਬਾਕੀ ਵੀ ਜੀ। ਜੇ ਸਿਮਰਜੀਤ ਮਾਨ ਜ਼ਿਆਦਾ ਵੋਟਾਂ ਲਿਜਾਂਦੇ ਨੇ ਅਕਾਲੀ ਦਲ ਨਾਲੋਂ ਜੀ, ਤਾਂ ਇੱਕ ਅਗਲੇ ਸਮੇਂ 'ਚ ਇੱਕ ਡਿਬੇਟ ਚੱਲੇਗੀ ਕਿ ਫਿਰ ਪੰਥਕ ਵੋਟ ਦਾ, ਪੰਥਕ ਸਿਆਸਤ ਦਾ ਅਸਲੀ ਦਾਅਵੇਦਾਰ ਕੌਣ ਹੈ। ਜੀ ਬਿਲਕੁਲ। ਤੇ ਉਹ ਅਸਲੀ ਦਾਅਵੇਦਾਰ ਜੇਕਰ ਮਾਨ ਉਸ ਲੈਵਲ 'ਤੇ ਬਣਦਾ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ, ਜਿਹੜੀ ਕਿ ਪਹਿਲਾਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਉਹ ਹੋਰ ਜ਼ਿਆਦਾ ਉਹਨੂੰ ਚੁਣੌਤੀ ਹੋ ਜਾਏਗੀ। ਜਿਹੜੀ ਇਹਨਾਂ ਨੇ 13 ਮੈਂਬਰੀ ਕਮੇਟੀ ਬਣਾਈ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਆਪਣੀ ਜਾਂਚ ਵਾਸਤੇ ਕਿ ਆਪਣਾ ਵਿਧਾਨ ਸਭਾ 'ਚ ਇੰਨੀ ਹਾਰ ਕਿਉਂ ਹੋਈ, ਉਹ ਕਮੇਟੀ ਦੀ ਰਿਪੋਰਟ ਵੀ ਇਸ ਜਿਹੜੀ ਜ਼ਮੀਨੀ ਚੋਣ ਹੈ ਉਦੋਂ ਤੱਕ ਬੰਦ ਰੱਖੀ ਹੋਈ ਹੈ। ਉਹਦੇ 'ਚ ਇਹਨਾਂ ਨੇ ਫੈਸਲਾ ਕਰ ਲਿਆ ਸੀ ਤੇ ਵਿਚਾਰ ਬਾਅਦ ਦੇ ਵਿੱਚ ਕਰਾਂਗੇ ਜੀ। ਉਹਦੇ ਵੀ ਜਿਹੜੀ ਰਿਪੋਰਟ ਹੈ ਕਿਹਾ ਜਾਂਦਾ ਕਿ ਜਿਹੜੇ ਵਰਕਰਾਂ ਨੇ ਦਿੱਤੀ ਹੋਈ ਹੈ ਹੇਠੋਂ, ਉਹ 'ਚ ਵੀ ਇਹ ਕਿਹਾ ਗਿਆ ਲੀਡਰਸ਼ਿਪ ਤਬਦੀਲ ਕਰਨਾ ਤੋਂ ਬਿਨਾਂ ਚਾਰਾ ਨਹੀਂ ਹੈ ਜੀ ਕਿਸੇ ਵੀ ਰੂਪ ਦੇ ਵਿੱਚ। ਹੁਣ ਫਿਰ ਅਗਲਾ ਕੁਐਸਚਨ ਇਹ ਆਏਗਾ ਕਿ ਕੀ ਜੇ ਪੰਥਕ ਰਾਜਨੀਤੀ ਦੇ ਵਿੱਚ ਮਾਨ ਨੰਬਰ 1 ਬਣ ਜਾਂਦਾ ਤੇ ਬਾਕੀ ਦੂਜਾ ਅਕਾਲੀ ਦਲ ਉਹਦੇ 'ਤੇ ਰਹਿ ਜਾਂਦਾ, ਤਾਂ ਮਾਨ ਦੇ ਏਜੰਡੇ ਨੂੰ ਵੀ ਲੋਕ ਫਾਲੋ ਕਰਨਗੇ ਜਿਹੜਾ ਕਿ ਖਾਲਿਸਤਾਨ ਦਾ ਏਜੰਡਾ ਹੈ ਜਾਂ ਬਾਕੀ ਹੈ। ਤੇ ਕਿਹਾ ਇਹ ਜਾਂਦਾ ਨਾਰਮਲੀ ਸਾਡੇ ਸਟੇਟ ਦੇ ਵਿੱਚ ਜਿਹੜਾ ਇੱਕ ਜਨਰਲ ਟ੍ਰੈਂਡ ਹੈ, ਖਾਸ ਤੌਰ 'ਤੇ ਜਿਹੜੀ ਸਾਡੀ ਸਿੱਖ ਮਾਨਸਿਕਤਾ ਹੈ, ਉਹ ਫੈਡਰਲਿਜ਼ਮ ਦੀ, ਵੱਧ ਅਧਿਕਾਰਾਂ ਦੀ, ਸੈਂਟਰਲਾਈਜੇਸ਼ਨ ਦੇ ਤਾਂ ਖਿਲਾਫ ਹੈ। ਵੱਧ ਅਧਿਕਾਰਾਂ ਤੇ ਫੈਡਰਲਿਜ਼ਮ ਅਨੰਦਪੁਰ ਸਾਹਿਬ ਦੇ ਮਤੇ ਦੇ ਪੱਖ 'ਚ ਗਿਣੀ ਜਾਂਦੀ ਹੈ ਲਗਾਤਾਰ ਉਹਨਾਂ ਦਾ ਜਿਹੜਾ ਮਿਜਾਜ ਹੈ। ਇਸੇ ਕਰਕੇ ਉਹ ਸੈਂਟਰਲਿਸਟ ਜਿਹੜੀ ਪਾਰਟੀ ਹੈ, ਚਾਹੇ ਉਹ ਬੀਜੇਪੀ ਹੈ ਜਾਂ ਉਹਦੇ ਨਾਲ ਮੈਚ ਨਹੀਂ ਕਰਦੀ। ਇਸੇ ਕਰਕੇ ਚਾਹੇ ਮੋਦੀ ਦੀ ਤੂਤੀ ਬੋਲਦੀ ਹੁੰਦੀ ਹੈ ਉੱਤਰੀ ਭਾਰਤ ਜਾਂ ਪੰਜਾਬ 'ਚ ਨਹੀਂ ਬੋਲੀ, ਇਹ ਇੱਕ ਗੱਲ ਹੈ। ਫਿਰ ਉਹ ਖਾਲਿਸਤਾਨ ਤੱਕ ਨਹੀਂ ਮੇਰੇ ਖਿਆਲ ਹੈ ਪਹੁੰਚਣ ਦਾ ਜਿਹੜਾ ਕੁਐਸਚਨ ਹੈ, ਤਾਂ ਫਿਰ ਕਿਹੋ ਜਿਹੇ ਕਿਸਮ ਦੀ ਪੰਥਕ ਰਾਜਨੀਤੀ ਦਾ ਪੁਨਰਗਠਨ ਹੋਏਗਾ, ਕਿਹੋ ਜਿਹੀ ਲੀਡਰਸ਼ਿਪ ਆਏਗੀ, ਕਿਸ ਤਰੀਕੇ ਨਾਲ ਆਏਗੀ, ਕੀ ਉਹ ਖਿਲਾਫ ਭਰੇਗਾ ਕਿਵੇਂ, ਇਹ ਇੱਕ ਇਦੋਂ ਬਾਅਦ ਦਾ ਰਿਜ਼ਲਟ ਜਿਹੜਾ ਉਸ ਲੈਵਲ 'ਤੇ ਸੰਕੇਤ ਦੇਗਾ। ਇੱਕ ਹੋਰ ਸੰਕੇਤ ਬੀਜੇਪੀ ਨੂੰ ਵੀ ਜਾਏਗਾ ਜੇਕਰ ਲੋਕਾਂ ਦੇ ਜੀ ਕਿ ਕਾਂਗਰਸ 'ਚੋਂ ਵੱਡੇ ਪੱਧਰ 'ਤੇ ਬੰਦੇ ਲਿਜਾ ਕੇ ਜਾਂ ਬਾਕੀ ਦੀਆਂ ਚੀਜ਼ਾਂ ਕਰਕੇ ਕੀ ਬੀਜੇਪੀ ਪੰਜਾਬ 'ਚ ਵੱਡੀ ਪਾਰਟੀ ਦੇ ਤੌਰ 'ਤੇ ਆਪਣੇ ਭਵਿੱਖ ਨੂੰ ਚਿਤਰ ਸਕਦੀ ਹੈ। ਜੇ ਵੋਟਾਂ ਵੀ ਬਿਲਕੁਲ ਘੱਟ ਪੈਂਦੀਆਂ ਨੇ, ਉਹੀ ਰੇਸ਼ੋ ਰਹਿੰਦੀ ਹੈ, ਜਾਂ ਬਾਕੀ ਦੀਆਂ ਚੀਜ਼ਾਂ ਜਾ ਕੇ ਵੀ ਕੇਵਲ ਢਿੱਲੋਂ ਤੇ ਹੋਰ ਕਿੰਨੇ ਮੰਤਰੀ ਲੈ ਵੀ ਜਾਂਦੇ ਨੇ ਉਸ ਮਾਮਲੇ ਵਿੱਚ, ਪਹਿਲਾਂ ਵੀ ਉਹ ਲੜੇ ਕਾਂਗਰਸ ਵੱਲੋਂ,
ਜੇ ਤਾਂ ਵੋਟਾਂ ਨਹੀਂ ਪੈਂਦੀਆਂ, ਘੱਟ ਪੈਂਦੀਆਂ ਨੇ, ਫਿਰ ਤਾਂ ਆਟੋਮੈਟਿਕਲੀ ਇਹ ਮੰਨਿਆ ਜਾਏਗਾ ਕਿ ਅਜੇ ਪੰਜਾਬੀ ਮਾਈਂਡ ਜਿਹੜਾ ਬੀਜੇਪੀ ਲਈ ਤਿਆਰ ਨਹੀਂ ਹੈ ਉਸ ਪੱਧਰ ਦੇ ਉੱਤੇ। ਜੇ ਉਹ ਕਾਫੀ ਵੱਡੀਆਂ ਵੋਟਾਂ ਲਿਜਾਂਦਾ ਤਾਂ ਫਿਰ ਇਹ ਮੰਨਿਆ ਜਾਏਗਾ ਕਿ ਸ਼ਾਇਦ ਬੀਜੇਪੀ ਦੀ ਰਣਨੀਤੀ ਕਿਸੇ ਨਾ ਕਿਸੇ ਰੂਪ 'ਚ ਕੰਮ ਕਰੂਗੀ। ਜੇ ਇਸ ਸਾਰੇ ਮਾਮਲੇ ਦੇ ਵਿੱਚ ਇਹੀ ਹਾਲ ਕਾਂਗਰਸ ਦੇ ਵਿੱਚ ਚੋਣਾਂ ਦੇ ਵਿੱਚ ਰਾਜਾ ਵੜਿੰਗ ਤੇ ਗੋਲਡੀ ਨੇ ਬਹੁਤ ਜ਼ੋਰ ਲਾਇਆ ਖੈਰ ਆਪਣੇ ਲੈਵਲ ਦੇ ਉੱਤੇ, ਪਰ ਬਾਕੀ ਵੱਡੀ ਲੀਡਰਸ਼ਿਪ ਐਂ ਨਹੀਂ ਦਿਖੀ ਜਿਵੇਂ ਕੰਪੇਨ 'ਚ ਉੱਥੇ ਹੀ ਬੈਠੀ ਹੋਵੇ ਜਾਂ ਕੰਮ ਕਰ ਰਹੀ ਹੋਵੇ, ਕਦੇ ਕਦਾਈ ਕੋਈ ਗੇੜਾ ਮਾਰਿਆ ਜੀ। ਤੇ ਉਹ ਕਾਂਗਰਸ ਦੀ ਅੰਦਰੂਨੀ ਫੁੱਟ ਵੀ ਤੇ ਅੰਦਰੂਨੀ ਜਿਹੜਾ ਇੱਕ ਸੈਟਅਪ ਹੈ ਉਹਦੇ ਤੇ ਸਵਾਲ ਵੀ ਉਠਾਏਗਾ। ਤੇ ਭਵਿੱਖ ਦੇ ਵਿੱਚ ਕਾਂਗਰਸ ਦੀ ਭੂਮਿਕਾ ਪੰਜਾਬ ਦੇ ਵਿੱਚ ਕਿੰਨੀ ਰਹਿਣ ਵਾਲੀ ਹੈ, ਕਿੱਡੀ ਕੁ ਯੋਗ ਹੈ, ਕਿੱਡੀ ਕੁ ਨਹੀਂ ਹੈ, ਇਹਨੂੰ ਵੀ ਇੱਕ ਲੈਵਲ ਦਾ ਚੁਣੌਤੀ ਕਟਹਿਰੇ 'ਚ ਖੜਾ ਕਰੇਗਾ। ਇਸ ਲਈ ਸਮੁੱਚੀ ਪੰਜਾਬ ਦੀ ਸਮੁੱਚੀ ਪੋਲੀਟਿਕਸ ਦੇ ਵਿੱਚ ਇੱਕ ਨਵੇਂ ਕਿਸਮ ਦੇ ਸਮੀਕਰਨ ਬਣਨਾ ਤੇ ਨਵੇਂ ਕਿਸਮ ਦੀ ਬਿਰਤਬੰਦੀ ਜਾਂ ਵਿਸ਼ਲੇਸ਼ਣ ਕਰਨਾ ਦਾ ਇਹ ਰਾਹ ਤਿਆਰ ਕਰੇਗਾ ਜਿਹੜਾ ਇਹ ਚੋਣ ਨਤੀਜੇ ਹੋਏਗਾ। ਜੀ ਹਮੀਰ ਜੀ, ਇਹਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ ਅੱਜ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਡਾਕਟਰ ਵਿਜੇ ਸਿੰਗਲਾ ਦੋਨਾਂ ਨੂੰ ਜਿਹੜਾ ਰਾਹਤ ਨਹੀਂ ਮਿਲੀ ਹੈ, ਉਸ ਬਾਰੇ ਵੀ ਚਾਨਣਾ ਜ਼ਰੂਰ ਪਾਓ। ਭਾਰਤ ਭੂਸ਼ਣ ਆਸ਼ੂ ਉਹਨਾਂ ਦੀ ਇੱਕ ਸ਼ਿਕਾਇਤ ਵਿਜੀਲੈਂਸ ਨੂੰ ਹੋਈ ਹੈ ਹਜੇ, ਮਤਲਬ FIR ਤਾਂ ਕੋਈ ਨਹੀਂ ਹੈ। ਤੇ ਉਸ ਲੈਵਲ 'ਤੇ ਨਾ ਕੇਵਲ ਇਕੱਲੇ ਭਾਰਤ ਭੂਸ਼ਣ ਆਸ਼ੂ ਬਲਕਿ ਉਹਨਾਂ ਨਾਲ ਜੁੜੇ ਫੂਡ ਤੇ ਸਪਲਾਈ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਵੀ ਨੇ ਉਸ ਸਮੇਂ ਦੇ, ਉਹਨਾਂ ਦੇ ਖਿਲਾਫ ਵੀ। ਤਾਂ ਭਾਰਤ ਭੂਸ਼ਣ ਆਸ਼ੂ ਹਾਈ ਕੋਰਟ ਚਲੇ ਗਏ ਕਿ FIR ਦਰਜ ਕਰਨ ਤੋਂ ਪਹਿਲਾਂ ਜਾਂ ਅਰੈਸਟ ਤੋਂ ਪਹਿਲਾਂ ਮੈਨੂੰ ਘੱਟੋ ਘੱਟ 6 ਜਾਂ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਕਰਾਰ ਦਿੱਤਾ ਜਾਏ, ਪਰ ਉਹ ਹਾਈ ਕੋਰਟ ਨੇ ਰੱਦ ਕਰਤੀ। ਉਹ ਕਹਿੰਦੇ ਜਦੋਂ ਅਜੇ ਹੈ ਹੀ ਕੁਝ ਨਹੀਂ, ਅਜੇ ਸ਼ਿਕਾਇਤ ਹੈ ਤੇਰੇ ਖਿਲਾਫ, ਅਜੇ ਸ਼ਿਕਾਇਤ ਤੋਂ ਬਾਅਦ ਦੇਖਿਆ ਜਾਊਗਾ ਜਾਂਚ ਹੋਣੀ ਹੈ ਜਾਂ ਨਹੀਂ। ਕਿਹਾ ਜਾ ਰਿਹਾ ਕਿ ਵਿਜੀਲੈਂਸ ਨੇ ਇਹ ਜਾਂਚ ਲੁਧਿਆਣੇ ਦੇ SP ਵਿਜੀਲੈਂਸ ਨੂੰ ਦਿੱਤੀ ਹੋਈ ਹੈ, ਬਾਕੀ ਉਸ ਤੋਂ ਬਾਅਦ ਕੀ ਬਣਦਾ ਕੀ ਨਹੀਂ ਹਜੇ ਤੱਕ 6 ਜੁਲਾਈ ਤੱਕ ਘੱਟੋ ਘੱਟ ਵਿਜੀਲੈਂਸ ਜਾਂਚ ਲਈ ਆਜ਼ਾਦ ਹੋ ਗਈ ਹੈ, ਕੀ ਕਰਨਾ ਚਾਹੁੰਦੀ ਹੈ, FIR ਕਰਨੀ ਹੈ ਨਹੀਂ ਕਰਨੀ ਹੈ, ਪਰ ਰਾਹਤ ਨਹੀਂ ਮਿਲੀ। ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਤੇ ਨਵੇਂ ਬਣੇ ਜਿਹੜੇ ਸਿਹਤ ਮੰਤਰੀ ਸੀ ਉਹਨਾਂ ਨੂੰ, ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਇਸ ਕਰਕੇ ਕਿ ਕਰਪਸ਼ਨ ਦਾ ਮਾਮਲਾ ਆਡੀਓ ਸੀ, ਉਹਨਾਂ ਨੇ ਵੀ ਜ਼ਮਾਨਤ ਦੀ ਅਰਜ਼ੀ ਲਾਈ ਸੀ। ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਵੀ ਕਿਹਾ ਜਾਂਦਾ ਕਿ ਨਹੀਂ ਉਹਨਾਂ ਨੂੰ ਰਾਹਤ ਮਿਲੀ ਉਸ ਮਾਮਲੇ ਦੇ ਵਿੱਚ। ਇਸ ਲਈ ਇੱਕ ਸਾਬਕਾ ਮੰਤਰੀ ਤੇ ਦੋਨੋਂ ਹੁਣ ਸਾਬਕਾ ਮੰਤਰੀ ਨੇ, ਦੋਨਾਂ ਨੂੰ ਕਾਨੂੰਨ ਦੀ ਨਜ਼ਰ 'ਚ ਅਜੇ ਤੱਕ ਰਾਹਤ ਉਸ ਲੈਵਲ 'ਤੇ ਨਹੀਂ ਮਿਲੀ। ਅਜੇ ਇੱਕ ਨੂੰ ਹੋਰ ਜੇਲ੍ਹ 'ਚ ਰਹਿਣਾ ਪੈਣਾ ਕੁਝ ਦਿਨ ਜੁਲਾਈ ਦੇ ਉਸੇ ਡੇਟ ਤੱਕ, ਤੇ ਦੂਜੇ ਨੂੰ ਉਡੀਕ ਕਰਨੀ ਪੈਣੀ ਹੈ 15 ਦਿਨਾਂ 'ਚ ਵਿਜੀਲੈਂਸ ਕੀ ਕਰਦੀ ਹੈ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।